ਗੁਰੂ ਸਾਹਿਬ ਨੇ 50% ਤੋਂ ਵੀ ਵੱਧ ਬਲਕਿ ਸਰਵਉੱਚਤਾ ਦਾ ਦਰਜਾ ਪਹਿਲੇ ਦਿਨੋਂ ਦਿੱਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਪੱਧਰ ਤੇ ਕੋਈ ਆਰਗੇਨਾਈਜ਼ ਸੈਟਅਪ ਅੱਜ ਤੱਕ ਬਣ ਸਕਿਆ ਕਿ ਜਿੱਥੇ ਔਰਤਾਂ ਆਪਣਾ ਬਣਦਾ ਯੋਗਦਾਨ ਪਾ ਸਕਣ। ਔਰਤ ਦੀ ਪਹਿਲੀ ਯੋਗਤਾ ਧਰਮ ਨਾਲ ਜੁੜੀ ਹੋਈ ਹੈ। ਮਾਂ ਦਾ ਦਰਜਾ ਰੱਬ ਤੋਂ ਵੱਧ ਗਿਣਿਆ ਜਾਂਦਾ ਹੈ। ਤੁਸੀਂ ਕਦੇ ਯਤਨ ਕੀਤਾ ਕਿ ਸਾਨੂੰ ਇਹ ਗੱਲ ਉਠਾਉਣੀ ਚਾਹੀਦੀ ਹੈ ਵੀ ਕੀਰਤਨ ਔਰਤਾਂ ਨੂੰ ਕਰਨਾ ਚਾਹੀਦਾ? ਗੁਰੂ ਸਾਹਿਬ ਨੇ ਤਾਂ ਸਾਡੀ ਪਰਿਭਾਸ਼ਾ ਹੀ ਸਿੱਖ ਦਿੱਤੀ ਹੈ, ਉਹਦੇ ਚ ਔਰਤ ਮਤ ਦਾ ਕੋਈ ਭੇਦ ਹੀ ਨਹੀਂ ਹੈ। ਕਹਾਵਤ ਅਸੀਂ ਕਹਿੰਦੇ ਨਾ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਪਾਲਕੀ ਸਾਹਿਬ ਗੁਰੂ ਸਾਹਿਬ ਦੀ ਲੈ ਕੇ ਜਾਂਦੇ ਨੇ, ਬੀਬੀਆਂ ਨੂੰ ਉੱਥੇ ਵੀ ਨਹੀਂ ਹੱਥ ਲਾਣ ਦਿੰਦੇ। ਮਤਲਬ ਮਰਦ ਪ੍ਰਧਾਨ ਇਹ ਮਰਦ ਪ੍ਰਧਾਨਗੀ ਹੈ। ਇਹ ਸਾਡਾ ਮਤਲਬ ਮੈਂ ਕਹੂੰਗੀ ਕਮਜ਼ੋਰ ਪੱਖ ਹੈ। ਸਤਿ ਸ਼੍ਰੀ ਅਕਾਲ ਜੀ। ਦਾ ਅਨਮਿਊਟ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ। ਮੈਂ ਜਗਜੀਤ ਸਿੰਘ ਪੰਜੋਲੀ। ਪ੍ਰੋਗਰਾਮ ਪੰਥਕ ਪੈੜਾਂ ਲੈ ਕੇ ਹਾਜ਼ਰ ਹਾਂ। ਅਨਮਿਊਟ ਤੇ ਤੁਸੀਂ ਦੇਖ ਰਹੇ ਹੋ ਪੰਥਕ ਪੈੜਾਂ। ਪੰਥਕ ਪੈੜਾਂ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਪੰਥਕ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਵੇ, ਉਹਨਾਂ ਦੇ ਨਾਲ ਸੰਵਾਦ ਰਚਾਇਆ ਜਾਵੇ। ਸੋ ਅੱਜ ਜਿਹੜਾ ਹੈਗਾ ਇੰਟਰਨੈਸ਼ਨਲ ਵੂਮੈਨ ਡੇ ਹੈ, ਅੰਤਰਰਾਸ਼ਟਰੀ ਨਾਰੀ ਦਿਵਸ। ਸੋ ਇਸੇ ਮੱਦੇ ਨਜ਼ਰ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਹਰਜਿੰਦਰ ਕੌਰ ਹੋਰੀ। ਹਰਜਿੰਦਰ ਕੌਰ ਜਿਹੜੇ ਹੈਗੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਚੇਅਰਪਰਸਨ ਨੇ ਬਾਲ ਕਮਿਸ਼ਨ ਚੰਡੀਗੜ੍ਹ ਦੇ। ਤੇ ਮੈਡਮ ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ ਜੀ। ਧੰਨਵਾਦ ਜੀ। ਤੇ ਕਿਵੇਂ ਦੇਖਦੇ ਹੋ ਅੰਤਰਰਾਸ਼ਟਰੀ ਵੂਮੈਨ ਡੇ ਹੈਗਾ, ਤੁਸੀਂ ਵੀ ਔਰਤ ਤੋਂ ਕਿੱਥੇ ਕੁ ਸਥਿਤੀ ਖੜੀ ਹੈ ਭਾਰਤ ਦੇ ਅੰਦਰ ਖਾਸ ਕਰਕੇ ਔਰਤਾਂ ਦੀ? ਅਸਲ ਵਿੱਚ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਦਿਨ ਉਦੋਂ ਮਨਾਉਣੇ ਸ਼ੁਰੂ ਹੁੰਦੇ ਨੇ ਜਦੋਂ ਕਿਸੇ ਨਸਲ ਦਾ, ਕਿਸੇ ਵਰਗ ਦਾ ਘਾਣ ਹੋ ਰਿਹਾ ਹੁੰਦਾ ਪੂਰੀ ਤਰ੍ਹਾਂ। ਤੇ ਉਸ ਘਾਣ ਵਿੱਚੋਂ ਨਿਕਲੀ ਇਹ ਵੀ ਇੱਕ ਗਾਥਾ ਹੈ। ਪਰ ਇਸ ਦਿਨ ਨੂੰ ਸੰਸਾਰ ਪੱਧਰ ਤੇ ਹੁਣ ਹਰ ਵਾਰੀ ਮਨਾਇਆ ਜਾਂਦਾ ਹੈ। ਤੇ ਬਹੁਤ ਚੰਗੀ ਗੱਲ ਇਹ ਹੈ ਕਿ ਪੜਚੋਲ ਵੀ ਹੁੰਦੀ ਹੈ। ਇਹ ਸਵੈ ਪੜਚੋਲ ਦਾ ਵੀ ਸਮਾਂ ਹੈ ਤੇ ਸਾਂਝੀ ਪੜਚੋਲ ਦਾ ਵੀ ਸਮਾਂ ਹੁੰਦਾ ਹੈ ਕਿ ਔਰਤ ਨੇ ਪਿਛਲੇ ਸਮੇਂ ਵਿੱਚ ਬੜੀ ਤਰਾਸਦੀ ਚੋਂ ਨਿਕਲ ਕੇ, ਬੜੇ ਸੰਤਾਪਾਂ ਚੋਂ ਨਿਕਲ ਕੇ ਕਿੰਨੀਆਂ ਕੁ ਪੈੜਾਂ ਪੱਟੀਆਂ ਨੇ, ਕਿੱਥੇ ਤੱਕ ਉਹ ਪਹੁੰਚ ਸਕੀ ਹੈ ਤੇ ਉਹਦੇ ਸਾਹਮਣੇ ਕਿਹੜੇ ਚੈਲੰਜਸ ਨੇ, ਕਿਹੜੀਆਂ ਦੁਸ਼ਵਾਰੀਆਂ ਨੇ, ਉਹਨਾਂ ਨੂੰ ਸਰ ਕਰਨ ਲਈ ਅਗਲੀ ਕਿਹੜੀ ਵਿਉਂਤਬੰਦੀ ਕਰਨ ਦੀ ਲੋੜ ਹੈ। ਤੇ ਹਰ ਵਾਰੀ ਇਹਦੇ ਵਿੱਚ ਦੁਨੀਆ ਦੀਆਂ ਮਾਨੀ ਸੰਸਥਾਵਾਂ ਜਿਹੜੀਆਂ ਆਪਣੇ ਸਲੋਗਨ ਦੇ ਕੇ ਬਹੁਤ ਵੱਡਾ ਯੋਗਦਾਨ ਵੀ ਪਾਉਂਦੀਆਂ ਨੇ। ਔਰ ਮੈਂ ਕਹਾਂਗੀ ਕਿ ਇਹ ਗੱਲ ਸ਼ਲਾਘਾਯੋਗ ਹੈ। ਬੇਸ਼ੱਕ ਜੇ ਅਸੀਂ ਆਪਣੀ ਗੱਲ ਕਰੀਏ, ਜਿਨ੍ਹਾਂ ਨੂੰ ਇਤਿਹਾਸਕ ਵਿਰਾਸਤ ਵਿੱਚੋਂ ਬਹੁਤ ਕੁਝ ਮਿਲਿਆ, ਜਿਹੜੀਆਂ ਕਿ ਆਪਣੇ ਆਪ ਵਿੱਚ ਸੁਨਹਿਰੀ ਪੈੜਾਂ ਸਨ, ਅਸੀਂ ਹਾਲੇ ਉਸ ਨੂੰ ਪਛਾਣ ਨਹੀਂ ਸਕੇ ਤੇ ਉਸ ਤਰ੍ਹਾਂ ਦੇ ਕਦਮ ਨਹੀਂ ਵਧਾ ਸਕੇ ਜੋ ਸਾਡੇ ਇਤਿਹਾਸ ਵਿੱਚੋਂ ਸਿੱਖ ਬੀਬੀਆਂ ਨੇ ਪਾਈਆਂ। ਤੇ ਉਹ ਮਾਰੇ ਜਿਨ੍ਹਾਂ ਦਾ ਦੁਨੀਆ ਤੇ ਇੱਕ ਬਹੁਤ ਵੱਡਾ ਨਾਮ ਅਸੀਂ ਕਹਿ ਸਕਦੇ ਹਾਂ। ਅੱਜ ਅਜਿਹੀਆਂ ਮਿਸਾਲਾਂ ਸਾਨੂੰ ਦੁਬਾਰਾ ਕ੍ਰੀਏਟ ਕਰਨ ਦੀ ਲੋੜ ਹੈ ਜੇ ਅਸੀਂ ਔਰਤ ਦੇ ਅਧਿਕਾਰਾਂ ਦੀ ਜਾਂ ਇਹਨਾਂ ਦਿਨਾਂ ਦੇ ਮਨਾਉਣ ਦੀ ਗੱਲ ਕਰਨੀ ਹੈ। ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਉਸ ਪੱਖੋਂ, ਇੱਕ ਖਿੱਤੇ ਪੱਖੋਂ, ਇੱਕ ਸਟੇਟ ਪੱਖੋਂ ਹਾਲੇ ਤਵੱਜੋ ਦੇਣ ਦੀ ਲੋੜ ਹੈ, ਜਾਂ ਮੈਂ ਕਹਾਂ ਕਿ ਕੁਝ ਜਾਗੀਆਂ ਹੋਈਆਂ ਰੂਹਾਂ ਨੂੰ ਸਿਰ ਜੋੜ ਕੇ ਉੱਦਮ ਕਰਨ ਦੀ ਲੋੜ ਹੈ। ਵੈਸੇ ਦੋ ਤਿੰਨ ਐਂਗਲਾਂ ਤੋਂ ਮੈਂ ਤੁਹਾਡਾ ਜਿਹੜਾ ਪੱਖ ਲੈਣਾ ਚਾਹੂੰਗਾ ਕਿ ਇੱਕ ਤਾਂ ਪੱਖ ਹੈਗਾ ਵੀ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੁਸੀਂ ਕਿਵੇਂ ਦੇਖਦੇ ਹੋ ਵੀ ਔਰਤਾਂ ਦੀ ਸ਼ਮੂਲੀਅਤ ਜਿਹੜੀ ਹੈ ਉੱਥੇ ਕਿੰਨੀ ਕੁ ਉਹਨਾਂ ਦੀ ਗੱਲਬਾਤ ਹੁੰਦੀ ਹੈ, ਕਿੰਨੇ ਕੁ ਮੁੱਦੇ ਜਿਹੜੇ ਨੇ ਔਰਤਾਂ ਉਠਾਉਂਦੀਆਂ ਨੇ, ਧਰਮ ਦੇ ਮੁੱਦੇ ਜਿਹੜੇ ਨੇ? ਮੈਂ ਰਾਜਨੀਤਿਕ ਗੱਲ ਇੱਥੇ ਨਹੀਂ ਕਰਨਾ ਚਾਹਾਂਗੀ। ਅੱਜ ਮੈਂ ਪੂਰੀ ਤਰ੍ਹਾਂ ਔਰਤ ਨੂੰ ਹੀ ਸਮਰਪਿਤ ਰਹਿਣਾ ਚਾਹੂੰਗੀ। ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਉੱਥੇ ਜਿਹੜੀ ਪ੍ਰਤੀਨਿਧਤਾ ਵਾਲੀ ਗੱਲ ਹੈ ਉਹ ਜਿਹੜੀ ਸੀਗੀ ਕਿ ਜਿਹੜੀ 33% ਲੋਐਸਟ ਲੋਕਲ ਲੈਵਲ ਤੇ ਹੋਈ ਉਹ ਉੱਥੇ ਵੀ ਹੋ ਗਈ। ਪਰ ਸਾਨੂੰ ਤਾਂ ਗੁਰੂ ਸਾਹਿਬ ਨੇ 50% ਤੋਂ ਵੀ ਵੱਧ ਬਲਕਿ ਸਰਵਉੱਚਤਾ ਦਾ ਦਰਜਾ ਪਹਿਲੇ ਦਿਨੋਂ ਦਿੱਤਾ ਹੈ। ਪਰ ਇਸ ਵਰੇ ਦਾ ਜਿਹੜਾ UN ਦਾ ਸਲੋਗਨ ਹੈ ਨਾਰੀ ਦਿਵਸ ਤੇ ਮਨਾਉਣ ਦਾ, ਇਕੁਐਲਿਟੀ ਐਂਡ ਇਕੁਇਟੀ ਵਾਲਾ, ਇਹ ਪੱਖ ਸਾਡੇ ਲਈ ਬਹੁਤ ਅਹਿਮ ਹੈ ਕਿ ਪਹਿਲੀ ਗੱਲ ਤੇ ਔਰਤਾਂ ਦੀ ਸ਼ਮੂਲੀਅਤ ਕੀ ਯੋਗਤਾ ਦੇ ਆਧਾਰ ਤੇ ਹੈ ਉੱਥੇ, ਜਾਂ ਕਿ ਜਿਸ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਆਪ ਨਾ ਬਣ ਸਕਿਆ, ਆਪਣੀ ਧਰਮ ਪਤਨੀ ਨੂੰ ਬਣਾ ਲਿਆ, ਉਹ ਉਹਨਾਂ ਦਾ ਸ਼ੌਕ ਹੈ ਕਿ ਨਹੀਂ, ਉਹਨਾਂ ਦੀ ਯੋਗਤਾ ਹੈ ਕਿ ਨਹੀਂ, ਉਹ ਉਸ ਪੱਖੇ ਕੋਈ ਯੋਗਦਾਨ ਪਾ ਸਕਦੇ ਆ ਕਿ ਨਹੀਂ। ਇਹ ਤੇ ਪਹਿਲੀ ਗੱਲ ਹੈ। ਦੂਜੀ ਗੱਲ ਇਹ ਵੀ ਹੈ ਕਿ ਉੱਥੇ ਤਾਂ ਸਾਡੀ ਸ਼ਮੂਲੀਅਤ ਸਾਲ 'ਚ ਇੱਕੋ ਦਿਨ ਹੁੰਦੀ ਹੈ।
ਸਿਰਫ ਤੇ ਸਿਰਫ, ਤੇ ਉਹ ਵੀ ਇੱਕ ਰਸਮੀ ਤੌਰ ਤੇ ਪ੍ਰਧਾਨ ਚੁਣਨ ਲਈ ਹੁੰਦੀ ਹੈ, ਜਿਹੜਾ ਇੱਕ ਕੇਵਲ ਰਸਮ ਹੁੰਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਪੱਧਰ ਤੇ ਕੋਈ ਆਰਗੇਨਾਈਜ਼ ਸੈਟਅਪ ਅੱਜ ਤੱਕ ਬਣ ਸਕਿਆ ਕਿ ਜਿੱਥੇ ਔਰਤਾਂ ਆਪਣਾ ਬਣਦਾ ਯੋਗਦਾਨ ਪਾ ਸਕਣ। ਜਦ ਕਿ ਅਸਲ ਇਹ ਹੈ ਕਿ ਔਰਤ ਦੀ ਪਹਿਲੀ ਯੋਗਤਾ ਧਰਮ ਨਾਲ ਜੁੜੀ ਹੋਈ ਹੈ। ਮਾਂ ਦਾ ਦਰਜਾ ਰੱਬ ਤੋਂ ਵੱਧ ਗਿਣਿਆ ਜਾਂਦਾ ਹੈ, ਤੇ ਔਰਤ ਦੇ ਗੁਣ ਜਿਹੜੇ ਆ ਉਹ ਅੰਤਰੀਵ ਦੇ ਗੁਣ ਹੈ, ਅਧਿਆਤਮਕ ਦੇ ਗੁਣ ਹੈ, ਜਿਨ੍ਹਾਂ ਕਰਕੇ ਉਹ ਮਨੁੱਖ ਜਾਤੀ ਦੇ ਵਿੱਚ ਸਰਵਉੱਚ ਵੀ ਬਣਦੀ ਹੈ। ਗੁਰੂ ਸਾਹਿਬ ਨੇ 15ਵੀਂ ਸਦੀ 'ਚ ਇੱਕ ਇਨਕਲਾਬ ਲੈ ਆਂਦਾ ਸੀਗਾ, ਇਸ ਪੱਖੋਂ ਨਾਅਰਾ ਲਾ ਕੇ ਔਰਤ ਦੇ ਹੱਕਾਂ 'ਚ ਹੋਕਾ ਲਾਉਂਦਿਆਂ। ਇਸ ਤੋਂ ਵੱਡਾ ਮੈਨੂੰ ਲੱਗਦਾ ਸੰਸਾਰ ਤੇ ਕੋਈ ਇਨਕਲਾਬ ਨਹੀਂ ਹੋਇਆ ਸੀਗਾ। ਹੁਣ 2023 ਚੱਲਦਾ ਹੈ, 2023 ਤੱਕ ਹਾਲਾਤ ਕੀ ਨੇ? ਕਿਉਂਕਿ ਧਰਮ ਦੀ ਗੱਲ ਕਰਾਂਗੇ ਕਿ ਧਰਮ ਦੇ ਵਿੱਚ ਵੀ ਹਰਿਮੰਦਰ ਸਾਹਿਬ ਕੀਰਤਨ ਕਰਨ ਦੀ ਗੱਲ ਅਸੀਂ ਆਮ ਸੁਣਦੇ ਹਾਂ, ਸੋਸ਼ਲ ਮੀਡੀਆ ਤੇ ਆ ਜਾਂਦੇ, ਕਿਤੇ ਨਾ ਕਿਤੇ ਗੱਲ ਉੱਠ ਕੇ ਆ ਜਾਂਦੀ ਹੈ। ਤੁਸੀਂ ਕਦੇ ਯਤਨ ਕੀਤਾ ਕਿ ਸਾਨੂੰ ਇਹ ਗੱਲ ਉਠਾਉਣੀ ਚਾਹੀਦੀ ਹੈ ਵੀ ਕੀਰਤਨ ਔਰਤਾਂ ਨੂੰ ਕਰਨਾ ਚਾਹੀਦਾ? ਮੈਂ ਕੀਰਤਨ ਕਰਨ ਦੀ ਹਾਮੀ ਆ, ਪੰਜ ਪਿਆਰਿਆਂ 'ਚ ਸ਼ਾਮਲ ਹੋਣ ਦੀ ਵੀ ਹਾਮੀ ਆ। ਗੁਰੂ ਸਾਹਿਬ ਨੇ ਤਾਂ ਸਾਡੀ ਪਰਿਭਾਸ਼ਾ ਹੀ ਸਿੱਖ ਦਿੱਤੀ ਹੈ, ਉਹਦੇ 'ਚ ਔਰਤ ਮਤ ਦਾ ਕੋਈ ਭੇਦ ਹੀ ਨਹੀਂ ਹੈ, ਭੇਦ ਹੀ ਨਹੀਂ ਹੈ। ਇੱਥੇ ਸਿੱਖ ਟਰਮ ਹੈ ਤੇ ਪੂਰਨ ਟਰਮ ਖਾਲਸਾ ਹੈ। ਅਮਲੀ ਰੂਪ ਵਿੱਚ ਮੈਂ ਇਹ ਸਮਝਦੀ ਹਾਂ ਕਿ ਉਹ ਇੱਕ ਕਹਾਵਤ ਅਸੀਂ ਕਹਿੰਦੇ ਨਾ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਮੈਨੂੰ ਲੱਗਦਾ ਹੈ ਕਿ ਸਾਨੂੰ ਔਰਤਾਂ ਨੂੰ ਵੀ ਰਲ ਕੇ ਬੇਬੇ ਨਾਨਕੀ ਵਾਲਾ ਰੋਲ ਮੁੜ ਰਬਾਬ ਚੁੱਕਣ ਦੀ ਲੋੜ ਹੈ। ਰਬਾਬ ਚੁੱਕ ਕੇ ਭਾਈਆਂ ਨੂੰ ਫੜਾਉਣ ਦੀ ਲੋੜ ਹੈ ਆਪਣਿਆਂ ਨੂੰ, ਤੇ ਉਹ ਰੋਲ ਵੀ ਅਪਣਾਉਣ ਦੀ ਲੋੜ ਹੈ ਜੋ ਭਾਈ ਮਰਦਾਨਾ ਜੀ ਦੇ ਬਾਲਾਂ ਲਈ ਭੈਣ ਨਾਨਕੀ ਨੇ ਅਡਾਪਟ ਕੀਤਾ ਸੀ। ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੇ ਕਿਰਦਾਰ ਦੇ ਵਿੱਚ ਸਿੱਖ ਬੀਬੀਆਂ ਵਜੋਂ ਉਹ ਲੈਵਲ ਪੈਦਾ ਕਰ ਸਕੀਏ ਤੇ ਫਿਰ ਕੋਈ ਗੱਲ ਨਹੀਂ ਹੈ। ਇਹ ਤੇ ਸਾਡੀਆਂ ਬਹੁਤ, ਮੈਂ ਕਹੂੰਗੀ ਕਿ ਧੱਕਿਆਨੂਸੀ ਜਾਂ ਕਹੋ ਕਿ ਮਸੰਦਾਂ ਵਾਲੀ ਸਾਡੀ ਬਿਰਤੀ ਹੈ ਕਿ ਅਸੀਂ ਔਰਤ ਮਰਦ ਦਾ ਫਰਕ ਜਾਣ ਕੇ ਜਾਂ ਮਰਦ ਦੀ ਕਮਜ਼ੋਰੀ ਨੂੰ ਅੱਗੇ ਰੱਖਦਿਆਂ ਹੋਇਆਂ ਔਰਤ ਨੂੰ ਉਹਦੇ ਹੱਕ ਤੋਂ ਵਾਂਝੇ ਰੱਖਣ ਦੀ ਗੱਲ ਕਰਦੇ ਹਾਂ। ਪਰ ਇਹਦੇ ਨਾਲ ਮੈਂ ਕਹਾਂਗੀ ਕਿ ਪੂਰਤੀ ਇੱਕ ਬਹੁਤ ਵੱਡੀ ਗੱਲ ਹੈ ਕਿ ਪਹਿਲਾਂ ਇੱਕ ਜਮਾਤ ਇੱਦਾਂ ਦੀ ਖੜੀ ਹੋਵੇ ਜਿਹੜੀ ਗੁਰਮਤ ਸੰਗੀਤ ਵਿੱਚ ਰਮੀ ਹੋਈ ਹੋਵੇ, ਜਿਹੜੀ ਪਰੰਪਰਾਗਤ ਗੁਰਮਤ ਸੰਗੀਤ। ਕਿਉਂ ਨਾ ਔਰਤਾਂ ਅੱਗੇ ਆ ਕੇ ਇੱਕ ਇੰਨੀ ਵੱਡੀ ਜਮਾਤ ਇਕੱਠੀ ਕਰ ਲੈਣ ਕਿ ਜਿਹੜੀ ਕਿ ਸ਼੍ਰੋਮਣੀ ਕਮੇਟੀ ਦਾ ਵੀ ਮੈਂ ਕਹੂੰਗੀ ਕਿ ਉਹ ਮਜਬੂਰੀ ਬਣ ਜਾਵੇ ਕਿ ਇੰਨੇ ਵਧੀਆ ਤੇ ਸਾਨੂੰ ਮਤਲਬ ਭਾਈ ਨਹੀਂ ਮਿਲਦੇ, ਵੀਰ ਨਹੀਂ ਮਿਲਦੇ, ਜਿੰਨੀਆਂ ਵਧੀਆ ਬੀਬੀਆਂ ਹੈਗੀਆਂ ਕੀਰਤਨ ਕਰਨ ਵਾਲੀਆਂ। ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ? ਕਿਉਂਕਿ ਸ਼੍ਰੋਮਣੀ ਕਮੇਟੀ 'ਚ ਮੀਟਿੰਗ ਤੋਂ ਪਹਿਲਾਂ ਏਜੰਡਾ ਇੱਕ ਆਉਂਦਾ, ਏਜੰਡੇ 'ਚ ਪਾਉਣ ਦਾ ਯਤਨ ਕੀਤਾ ਕਦੇ ਵੀ ਆਪਾਂ ਨੂੰ ਏਜੰਡੇ 'ਚ ਇਹ ਮਸਲਾ ਪਾ ਦੇਣਾ ਚਾਹੀਦਾ ਬੀਬੀਆਂ ਦੇ ਕੀਰਤਨ? ਤਾਂ ਇਹ ਗੱਲ ਬਹੁਤ ਵੱਡੀ ਹੈ ਕਿ ਤੁਸੀਂ ਸ਼ਾਇਦ ਵੇਖਿਆ ਹੋਵੇ ਕਿ ਜਦੋਂ ਪਾਲਕੀ ਸਾਹਿਬ ਗੁਰੂ ਸਾਹਿਬ ਦੀ ਲੈ ਕੇ ਜਾਂਦੇ ਨੇ, ਬੀਬੀਆਂ ਨੂੰ ਉੱਥੇ ਵੀ ਨਹੀਂ ਹੱਥ ਲਾਣ ਦਿੰਦੇ। ਮਤਲਬ ਮਰਦ ਪ੍ਰਧਾਨ, ਇਹ ਮਰਦ ਪ੍ਰਧਾਨਗੀ ਹੈ। ਇਹ ਸਾਡਾ ਮਤਲਬ ਮੈਂ ਕਹੂੰਗੀ ਕਮਜ਼ੋਰ ਪੱਖ ਹੈ, ਇਹ ਸਾਡੀ ਸਾਈਕੀ ਵਿੱਚ ਹੈ। ਤੇ ਜੇ ਅਸੀਂ ਇਹਨੂੰ ਦੂਰ ਨਹੀਂ ਕਰ ਪਾਏ ਤੇ ਅਸੀਂ ਕਸੂਰਵਾਰ ਆਪੇ ਹਾਂ ਕਿ ਅਸੀਂ ਉਹਦੇ ਲਈ ਕੰਮ ਹੀ ਨਹੀਂ ਕੀਤਾ, ਅਸੀਂ ਇਹਨਾਂ ਮਿੱਥਾਂ ਨੂੰ ਤੋੜਨ ਲਈ ਕੰਮ ਹੀ ਨਹੀਂ ਕੀਤਾ। ਮਤਲਬ ਯਤਨ ਕਰਨ ਦੀ ਲੋੜ ਹੈ, ਇੱਕ ਜਾਗਰਤੀ ਲੈ ਕੇ ਆਉਣ ਦੀ ਲੋੜ ਹੈਗੀ ਹੈ। ਹਾਂ, ਬਹੁਤ ਵੱਡੀ ਲੋੜ ਹੈ, ਥੋੜੀ ਲੋੜ ਨਹੀਂ ਹੈ। ਪਰ ਉਹਦੇ ਮੈਨੂੰ ਲੱਗਦਾ ਵੀ ਔਰਤਾਂ ਨੂੰ ਆਪ ਅੱਗੇ ਆਉਣ ਦੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਆਪਣੇ ਹੱਕਾਂ ਦੀ ਗੱਲ ਬਿਲਕੁਲ। ਮੈਂ ਤਾਂ ਕਹੂੰਗੀ ਕਿ ਪਹਿਲਾਂ ਤਾਂ ਔਰਤ ਦਾ ਸ਼੍ਰੋਮਣੀ ਕਮੇਟੀ ਮੈਂਬਰ ਹੋਣਾ, ਫਿਰ ਉਹਦਾ ਗੁਣ ਦੇ ਆਧਾਰ ਤੇ, ਯੋਗਤਾ ਦੇ ਆਧਾਰ ਤੇ ਰੁਤਬਾ ਪ੍ਰਾਪਤ ਕਰਨਾ, ਇਹ ਦੋਨੋਂ ਗੱਲਾਂ ਬਹੁਤ ਪਿੱਛੇ ਨੇ, ਇਹਦੇ ਹਾਲੇ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਹੈ। ਪਰ ਮੈਂ ਇਸ ਗੱਲ ਦੀ ਪੱਕੀ ਹਾਮੀ ਹਾਂ ਕਿ ਸਮਾਜ ਵਿੱਚ ਜੇ ਅਸੀਂ ਕਿਸੇ ਹੈਲਦੀ ਸੁਸਾਇਟੀ ਦੀ ਗੱਲ ਕਰਨੀ ਹੈ, ਉਹ ਉਦਣ ਹੀ ਹੋਣਾ ਹੈ ਜਿੱਦਣ ਇਹ ਗੱਲਾਂ ਬਰਾਬਰ ਹੋ ਸਕਣ। ਇਹ ਤਾਂ ਚਲੋ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲ ਹੋ ਗਏ ਤੁਹਾਨੂੰ। ਤੁਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਇੱਕ ਵੱਡੇ ਅਹੁਦੇ ਤੇ ਬੈਠੇ ਹੋ, ਚੰਡੀਗੜ੍ਹ ਦੇ ਵਿੱਚ ਔਰਤ ਦੀ ਕੀ ਦਸ਼ਾ ਹੈਗੀ ਹੈ? ਚੰਡੀਗੜ੍ਹ ਦੇ ਵਿੱਚ ਮੈਂ ਕਹੂੰਗੀ ਕਿ ਇੱਥੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਵੰਨਗੀਆਂ ਮਿਲਣਗੀਆਂ। ਇੱਕ ਤਾਂ ਬਹੁਤ ਪੜ੍ਹਿਆ ਲਿਖਿਆ ਤਬਕਾ ਹੈ ਜਿੱਥੇ ਔਰਤ ਜਾਗਰੂਕ ਹੈ ਤੇ ਆਪਣੇ ਹੱਕਾਂ ਨੂੰ ਪੂਰੀ ਤਰ੍ਹਾਂ ਮਾਣ ਵੀ ਰਹੀ ਹੈ, ਯੋਗਤਾ ਦੇ ਆਧਾਰ ਤੇ, ਕੰਪੀਟੀਟਿਵ ਸਪਿਰਿਟ ਵਿੱਚ ਵੀ ਉਹ ਆਪਣੇ ਹੱਕਾਂ ਨੂੰ ਮਾਣ ਰਹੀ ਹੈ। ਉਹ ਅਵੇਅਰ ਹੈ, ਉਹਨੂੰ ਪਤਾ ਹੈ ਕਿ ਉਹਨੇ ਆਪਣਾ ਆਪਟੀਮਮ ਕਿੱਦਾਂ ਕੱਢਣਾ ਹੈਗਾ। ਪਰ ਦੂਜੇ ਪਾਸੇ ਤੁਸੀਂ ਵੇਖੋਗੇ ਵੀ ਇੱਥੇ ਨਾਲ ਲੱਗਦੇ ਪਿੰਡ ਜਾਂ ਕਲੋਨੀਆਂ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਜਿੱਥੇ ਐਕਸਪਲੋਇਟੇਸ਼ਨ ਵੀ ਪੂਰੀ ਹੈ। ਸੋ ਇਹ ਦਰਜਾ ਬਦਰਜਾ ਹਾਲਾਤ ਨੇ। ਆਪਾਂ ਕੋਈ ਇੱਕ ਸਲੋਗਨ ਸਾਰੀਆਂ ਔਰਤਾਂ ਲਈ ਨਹੀਂ ਦੇ ਸਕਦੇ। ਪਰ ਮੈਂ ਇਹ ਜ਼ਰੂਰ ਕਹਿੰਦੀ ਹਾਂ, ਹਮੇਸ਼ਾ ਹੀ ਕਹਿੰਦੀ ਆਈ ਹਾਂ ਕਿ ਫਿਰ ਮੈਨੂੰ ਆਪਣੀ ਜ਼ਾਤ ਲਈ ਮੇਰੀ ਫਰਜ਼ ਬਣ ਜਾਂਦਾ ਹੈ ਕਿ ਜਾਗੀਆਂ ਹੋਈਆਂ ਦੂਜਿਆਂ ਨੂੰ ਜਗਾਉਣ ਦਾ ਕੰਮ ਕਰਨ, ਦੂਜਿਆਂ ਲਈ ਅਧਿਕਾਰਾਂ ਦਾ ਸਲੋਗਨ ਚੱਕਣ। ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਸ਼ਾਇਦ ਚੰਡੀਗੜ੍ਹ ਦੇ ਵਿੱਚ ਔਰਤ ਦਾ ਸੰਤਾਪ ਘੱਟ ਹੋਊਗਾ ਦੂਜੀਆਂ ਪਛੜੀਆਂ ਥਾਵਾਂ ਦੇ ਨਾਲੋਂ, ਕਿਉਂਕਿ ਇੱਥੇ ਪਹੁੰਚ ਬੜੀ ਛੇਤੀ ਹੋ ਜਾਂਦੀ ਹੈ। ਇੱਥੇ ਇੱਕ 17 ਸੈਕਟਰ ਦੇ ਵਿੱਚ ਵਿਮਨ ਸੈੱਲ ਹੈਗਾ
ਜਿੱਥੇ ਹਰ ਔਰਤ ਨੂੰ ਪਤਾ ਹੈ ਕਿ ਜੇ ਉਹਦੇ ਤੇ ਤਸ਼ੱਦਦ ਹੁੰਦਾ, ਜੇ ਉਹਨੂੰ ਹੱਕ ਨਹੀਂ ਮਿਲ ਰਿਹਾ, ਚਾਹੇ ਉਹ ਕੋਈ ਫੈਮਿਲੀ ਡਿਸਪਿਊਟ ਹੈ, ਚਾਹੇ ਉਹਦੇ ਪਤੀ ਵੱਲੋਂ ਹੈ, ਚਾਹੇ ਪਰਿਵਾਰ ਵੱਲੋਂ ਹੈ, ਤੇ ਉਹ ਆਪਣੇ ਹੱਕ ਲੈਣ ਲਈ ਅੱਗੇ ਵੱਧ ਕੇ ਆ ਸਕਦੀ ਹੈ। ਸੋ ਇੱਥੇ ਥੋੜਾ ਜਿਹਾ ਇਹ ਸੌਖਾ ਹੈ। ਤੁਸੀਂ 2 ਅਹੁਦਿਆਂ ਤੇ ਹੁਣ ਬਿਰਾਜਮਾਨ ਹੈਗੇ ਹੋ, ਤੇ ਮੈਂ ਚਾਹੂੰਗਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਇਹ ਅਹੁਦਿਆਂ ਤੱਕ ਪਹੁੰਚਣ ਲਈ ਬਤੌਰ ਔਰਤ ਕਿਹੜੀਆਂ ਸਮੱਸਿਆਵਾਂ, ਕਿਹੜੇ ਚੈਲੰਜ ਸਾਹਮਣੇ ਆਏ ਤੁਹਾਡੇ? ਇਹ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ। ਰਾਜਨੀਤੀ ਦੂਰ ਦੂਰ ਤੱਕ ਮੇਰੇ ਪਰਿਵਾਰ 'ਚ ਕਿਤੇ ਨਹੀਂ ਸੀ ਤੇ ਮੇਰੇ ਸੁਭਾਅ 'ਚ ਵੀ ਕਿਤੇ ਨਹੀਂ ਸੀਗੀ ਜੀ। ਪਰ ਮੈਂ ਇਹ ਕਹੂੰਗੀ ਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਧੀ ਅਖਵਾਉਣ ਦੇ ਮਾਣ ਨੇ ਮੈਨੂੰ ਜੀਵਨ ਵਿੱਚ ਕਰਾਮਾਤ ਕਰਕੇ ਵਿਖਾਇਆ ਹੈ, ਜਿਹਦੀ ਬਦੌਲਤ ਮੈਨੂੰ ਇਹ ਰੁਤਬੇ ਮਿਲੇ ਨੇ। ਸਮਾਜ ਵਿੱਚ ਇੱਕ ਚੰਗੀ ਮਾਂ ਬਣਨ ਦੇ ਸ਼ੌਂਕ ਨਾਲ, ਇੱਕ ਸਤਸੰਗੀ ਬਣ ਕੇ, ਗੁਰੂ ਘਰ ਦੀ ਸੇਵਾ ਦਾ, ਪੰਥਕ ਰਿਵਾਇਤਾਂ ਨੂੰ ਪ੍ਰਮੋਟ ਕਰਨ ਦੇ ਜਜ਼ਬੇ ਨਾਲ ਮੈਂ ਜਦੋਂ ਸਮਾਜ 'ਚ ਤੁਰੀ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹਦੇ ਵਿੱਚੋਂ ਮੇਰੀ ਰਾਜਨੀਤੀ ਨਿਕਲਣੀ ਹੈ। ਮੈਨੂੰ ਨਹੀਂ ਸੀ ਪਤਾ ਕਿ ਉਹਦੇ ਵਿੱਚੋਂ ਮੈਨੂੰ ਪੰਥ ਦਾ ਵੱਡਾ ਪਰਿਵਾਰ ਮਿਲਣਾ ਹੈ, ਤੇ ਪਰਿਵਾਰ ਵੀ ਇਵੇਂ ਮਿਲਣਾ ਹੈ ਕਿ ਅਸੀਂ ਕਹਿੰਦੇ ਹਾਂ, ਸੁਣਦੇ ਹਾਂ, ਪਰ ਮੈਂ ਆਪਣੇ ਜੀਵਨ 'ਚ ਹੰਢਾਇਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਮੇਅਰ ਬਣੀ ਸੀ ਤੇ ਮੇਰੇ ਪਰਿਵਾਰ ਵਿੱਚ ਇੱਕ ਬੱਚਾ ਜੋ IT ਟੌਪਰ ਹੈ ਦਿੱਲੀ ਦੇ ਵਿੱਚ, ਮਿਸਤਬਿਸ਼ 'ਚ ਬਹੁਤ ਵੱਡੇ ਅਹੁਦੇ ਤੇ ਸੀ, ਉਹ ਮੈਨੂੰ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ ਕਿ ਤੁਸੀਂ ਭਰ ਜਵਾਨੀ ਦੀ ਉਮਰ ਵਿੱਚ ਚੰਡੀਗੜ੍ਹ ਵਰਗੇ ਸ਼ਹਿਰ 'ਚ ਇਹ ਰੁਤਬੇ ਤੇ ਪਹੁੰਚੇ ਹੋ, ਤੁਹਾਨੂੰ ਕਦੀ ਔਰਤ ਹੁੰਦਿਆਂ ਦਿੱਕਤ ਨਹੀਂ ਆਈ? ਤੇ ਮੈਂ ਉਸ ਬੱਚੇ ਨੂੰ ਜਵਾਬ ਦਿੱਤਾ ਸੀ ਕਿ ਸ਼ਾਇਦ ਮੇਰੇ ਸਿਰ ਦੇ ਪੱਲੇ ਨੇ ਮੈਨੂੰ ਇੰਨੀ ਇੱਜ਼ਤ ਦਵਾਈ ਹੈ ਕਿ ਕਿਸੇ ਨੇ ਮੈਨੂੰ ਆਪਣੀ ਭੈਣ ਸਮਝਿਆ, ਕਿਸੇ ਨੇ ਧੀ ਸਮਝਿਆ ਤੇ ਕਿਸੇ ਨੇ ਮਾਂ ਸਮਝਿਆ। ਮਤਲਬ ਪਹਿਰਾਵੇ ਨੂੰ ਤੁਸੀਂ ਮੰਨਦੇ ਹੋ ਵੀ ਪਹਿਰਾਵੇ ਦੀ ਬਹੁਤ ਵੱਡੀ, ਬਿਲਕੁਲ ਬਹੁਤ ਵੱਡਾ ਪਹਿਰਾਵੇ ਦਾ ਯੋਗਦਾਨ ਹੈ, ਤੁਹਾਡੇ ਪਿਛੋਕੜ ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਡੀਆਂ ਗੁਰੂ ਸਾਹਿਬ ਦੀਆਂ ਦਿੱਤੀਆਂ ਲੋਰੀਆਂ, ਤੁਹਾਡੀਆਂ ਗੁਰਬਾਣੀ ਦੀਆਂ, ਗੁਰਮਤ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਇੰਨੀਆਂ ਕੁ ਕੀਮਤੀ ਨੇ ਕਿ ਜੇ ਅਸੀਂ ਦ੍ਰਿੜ ਵਿਸ਼ਵਾਸ ਨਾਲ ਲੈ ਕੇ ਉਹਨਾਂ ਨੂੰ ਜੀਵਨ 'ਚ ਤੁਰੀਏ ਤੇ ਹਰ ਥਾਂ ਤੇ ਸਫਲਤਾ ਤੁਹਾਡੇ ਕਦਮ ਚੁੰਮੂਗੀ। ਮੇਰੇ ਕੋਲੇ ਕੋਈ ਵੀ ਹੋਰ ਰਾਜ਼ ਨਹੀਂ ਹੈਗਾ ਆਪਣੀ ਸਫਲਤਾ ਦਾ। ਮੈਂ ਕਹੂੰਗੀ ਕਿ ਹਾਲੇ ਤਾਂ ਅਸੀਂ ਭੇਖ ਹੀ ਕੀਤਾ। ਕੋਈ ਮੈਂ ਕਹਾਂਗੀ ਕਿ ਮੈਂ ਬਹੁਤ ਵੱਡੀ ਗੁਰਮਤ ਦੀ ਧਾਰਨੀ ਆ ਤੇ ਗਲਤ ਹੋਵਾਂਗੀ। ਮੈਂ ਤਾਂ ਇੱਕ ਮਿਸ਼ਨਰੀ ਬਣਨ ਲਈ ਬੱਚਿਆਂ ਦੀਆਂ ਕਲਾਸਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ, ਸਿੱਖ ਮਿਸ਼ਨਰੀ ਕਾਲਜ ਨਾਲ ਜੁੜ ਕੇ ਇੱਕ ਵੱਡਾ ਪਰਿਵਾਰ ਕਰਕੇ। ਬਸ ਇਹੀ ਲਾਲਚ ਪਾਲਿਆ ਸੀ ਕਿ ਕੁਛ ਗੁਣ, ਕੁਛ ਗੁਰਸਿੱਖੀ ਦੇ ਦੀਆਂ ਰਵਾਇਤਾਂ ਆਪਣੇ ਬੱਚਿਆਂ ਤੇ ਆਪਣੇ ਵਿੱਚ ਧਾਰਨ ਕਰ ਸਕਾਂ। ਮੈਨੂੰ ਨਹੀਂ ਸੀ ਪਤਾ ਕਿ ਉਹ ਇੰਨੇ ਜੇ ਲਾਲਚ ਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਦੇਣੀਆਂ। ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਜੇ ਅਸੀਂ ਕਿਤੇ ਬਹੁਤ ਦ੍ਰਿੜਤਾ ਨਾਲ ਖਾਲਸਾਈ ਕਦਰਾਂ ਕੀਮਤਾਂ ਨੂੰ ਅਪਣਾਉਣ ਲਈ ਤੁਰੀਏ ਤੇ ਅਸੀਂ ਸਾਰੇ ਜੱਗ ਵਿੱਚ ਨਵੇਕਲੇ ਹੋ ਸਕਦੇ ਹਾਂ, ਸਾਰੇ ਹੋ ਸਕਦੇ ਹਾਂ। ਬਹੁਤ ਦਿਲਚਸਪ ਗੱਲਾਂ ਤੁਸੀਂ ਕਰ ਰਹੇ ਹੋ। ਤੇ ਕਿਵੇਂ ਲੱਗਦਾ ਵੀ ਜਿਹੜੀਆਂ ਔਰਤ ਹੈਗੀ ਹੈ, ਜਿਵੇਂ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਆਪਣੇ ਐਗਜ਼ਾਮਪਲ ਸੈੱਟ ਕੀਤਾ ਪਰਿਵਾਰ ਦੇ ਵਿੱਚੋਂ ਬਾਹਰ ਨਿਕਲ ਕੇ, ਪਰ ਸਵਾਲ ਉਹ ਹੈ ਕਿ ਔਰਤ ਹੋਣ ਨਾਤੇ ਕਿ ਮੁਸ਼ਕਿਲਾਂ ਕਿਹੜੀਆਂ ਸਾਹਮਣੇ ਆਈਆਂ ਨੇ? ਮੁਸ਼ਕਿਲਾਂ ਪਹਿਲਾਂ ਤਾਂ ਇਹੀ ਆਉਂਦੀਆਂ ਨੇ ਘਰੋਂ ਨਿਕਲਣ ਲਈ। ਸਭ ਤੋਂ ਪਹਿਲੀ ਮੁਸ਼ਕਿਲ ਤਾਂ ਇਹ ਹੁੰਦੀ ਹੈ ਕਿ ਤੁਹਾਨੂੰ ਘਰ ਦੇ ਹੀ ਸਵਾਲ ਕਰਦੇ ਨੇ। ਕਿ ਮੈਨੂੰ ਯਾਦ ਹੈ ਕਿ ਇੱਕ ਦਿਨ ਹੁੰਦਾ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਸੀ ਤੇ ਘਰ ਦੇ ਵਿੱਚ ਇਦਾਂ ਹੁੰਦਾ ਸੀ ਵੀ ਪਾਠ ਘਰੇ ਵੀ ਹੋ ਸਕਦਾ। ਤੇ ਫਿਰ ਉਹ ਦਿਨ ਵੀ ਆਇਆ ਕਿ ਪਰਿਵਾਰ ਨੇ ਕਿਹਾ ਕਿ ਸਵੇਰੇ ਤੜਕੇ 2:30 ਵਜੇ ਚੱਲੇ ਹੋ ਤੇ ਛੱਡ ਆਈਏ। ਮੈਂ ਹੈਰਾਨ ਸੀ ਕਿ ਮੈਂ ਤੇ ਕੁਝ ਵੀ ਨਹੀਂ ਕੀਤਾ। ਸ਼ਾਇਦ ਉਹ ਮੇਰੇ ਇਰਾਦੇ ਦੀ ਪਰਖ ਸੀ ਜਿਹੜਾ ਪਹਿਲਾ ਸਵਾਲ ਸੀ। ਤੇ ਮੈਨੂੰ ਲੱਗਦਾ ਹੁੰਦਾ ਕਿ ਔਰਤ ਨੂੰ ਕਦੀ ਕਿਸੇ ਮੁਸ਼ਕਲ ਤੋਂ ਘਬਰਾਉਣਾ ਨਹੀਂ ਚਾਹੀਦਾ, ਆਪਣੇ ਅਕੀਦੇ 'ਚ ਸਪਸ਼ਟ ਹੋਣਾ ਬੜਾ ਜ਼ਰੂਰੀ ਹੈ। ਔਰ ਮੈਂ ਇਹ ਮੁਸ਼ਕਿਲ ਬੇਸ਼ੱਕ ਸੀ, ਜੇ ਕਹੋ ਕਿ ਘਰ ਦੇ ਵਿੱਚ ਸਹੁਰਾ ਪਰਿਵਾਰ ਹੈ, ਇੱਕ ਨੂੰਹ ਹੁੰਦਿਆਂ 100 ਦਿੱਕਤਾਂ ਨੇ, ਪਰ ਉਹ ਦਿੱਕਤਾਂ ਤੁਹਾਡੇ ਲਈ ਵਰਦਾਨ ਵੀ ਹੋ ਸਕਦੀਆਂ ਨੇ। ਉਹਨਾਂ ਨੂੰ ਘਰ ਦੇ ਮਾਲਕ ਸਮਝ ਕੇ ਜੇ ਤੁਸੀਂ ਉਹਨਾਂ ਦੀ ਅਸੀਸ ਲੈ ਕੇ ਸੇਵਾ ਕਰਨ ਤੁਰ ਪਾਓ ਤੇ ਸੇਵਾ ਦੇ ਨਾਲ ਮੇਵਾ ਤੁਹਾਡੇ ਕੋਲ ਆਪੇ ਆਉਂਦਾ ਹੈ। ਫਿਰ ਘਰੋਂ ਬਾਹਰੋਂ ਤੁਹਾਨੂੰ ਜਦੋਂ ਬੰਦਾ ਕੋਈ ਰੁਤਬਾ ਹਾਸਲ ਕਰ ਲੈਂਦਾ ਤਾਂ ਕੋਈ ਨਾ ਕੋਈ ਉਹਦੇ ਪ੍ਰੇਰਨਾ ਸਰੋਤ ਰਹੇ ਹੁੰਦੇ ਆ ਲੋਕ ਜਿਨ੍ਹਾਂ ਤੋਂ ਪ੍ਰਭਾਵਿਤ ਹੁੰਦਾ ਹੈ ਨਾ। ਤੁਸੀਂ ਸਮੇਂ ਦੇ ਸਮੇਂ ਕਿਹਦੇ ਕਿਤੋਂ ਪ੍ਰਭਾਵਿਤ ਹੋਏ? ਮੈਂ ਬਿਲਕੁਲ ਕਹਾਂਗੀ ਕਿ ਇੱਕ ਤੇ ਅਨੁਭੋਲ ਉਮਰ ਹੁੰਦੀ ਹੈ, ਪਤਾ ਹੀ ਕੁਛ ਨਹੀਂ ਹੁੰਦਾ। ਮੇਰੇ ਮਾਤਾ ਜੀ ਮੇਰੇ ਲਈ ਬਹੁਤ ਵੱਡੀ ਪ੍ਰੇਰਨਾ ਸੀ, ਜਿਹੜੇ ਰੱਬ ਰੂਪ ਰੂਹ ਸੀਗੇ। ਤੇ ਦੂਜਾ ਮੇਰੇ ਘਰ ਦੇ ਵਿੱਚ ਮੇਰੇ ਸਹੁਰਾ ਸਾਹਿਬ ਪਾਪਾ ਜੀ, ਜਿਨ੍ਹਾਂ ਨੂੰ ਲੋਕ ਮਹਾਂਪੁਰਸ਼ ਜੀ ਕਹਿੰਦੇ ਹੁੰਦੇ ਸੀਗੇ, ਇਹ ਦੋ ਰੂਹਾਂ ਨੇ ਮੇਰੇ ਸਾਹਮਣੇ ਇੱਕ ਆਈਡੀਅਲ ਮੇਰੇ ਰਹੇ ਨੇ, ਜਿਨ੍ਹਾਂ ਕੋਲ ਜ਼ਿੰਦਗੀ ਦੀਆਂ ਕਦਰਾਂ ਦਾ ਮੈਂ ਸਬਕ ਸਿੱਖਿਆ। ਤੇ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੇਰਾ ਛੋਟਾ ਭਰਾ, ਜਿਹਨੂੰ ਮੈਂ ਅੱਜ ਤੱਕ ਇਮਾਨਦਾਰੀ ਦਾ ਇੱਕ ਬਹੁਤ ਵੱਡਾ ਸਿੰਬਲ ਮੰਨਦੀ ਹਾਂ, ਜਿਹਦੇ ਕੋਲੋਂ ਮੈਂ ਬੜੀ ਦ੍ਰਿੜਤਾ ਤੇ ਟਰਾਂਸਪਰੈਂਸੀ ਸਿੱਖੀ ਹੈਗੀ ਹੈ। ਔਰ ਪਰਿਵਾਰ ਵਿੱਚੋਂ ਹੀ ਇਹ ਸਭ ਕੁਝ ਮਿਲਿਆ। ਫਿਰ ਸਮਾਜ ਵਿੱਚੋਂ ਵੀ ਉਹੋ ਜਿਹੀਆਂ ਰੂਹਾਂ ਮਿਲੀਆਂ ਜੋ ਰੱਬ ਵਰਗੀਆਂ ਸੀਗੀਆਂ। ਮੈਂ ਕਹਾਂਗੀ ਕਿ ਉਹ ਇਹੋ ਜਿਹੀਆਂ ਰੂਹਾਂ ਦਾ ਮਿਲਣਾ ਤੁਹਾਡੇ ਲਈ ਬਹੁਤ ਵੱਡਾ ਖਜ਼ਾਨਾ ਹੁੰਦਾ, ਜਿੱਥੇ ਉਹਨਾਂ ਨਾਲ ਤੁਰਨਾ ਫਿਰਨਾ ਵੀ ਆਪਣੇ ਆਪ ਸੰਗਤ ਹੁੰਦਾ, ਜਿੱਥੋਂ ਗੁਰਬਾਣੀ ਨੂੰ ਤੁਸੀਂ ਜਿਉਂਦਿਆਂ ਵੇਖ ਸਕਦੇ ਹੋ। ਮੈਂ
ਇਹ ਕਹਿ ਸਕਦੀ ਹਾਂ ਕਿ ਜੇ ਤੁਹਾਡੇ ਜੀਵਨ ਵਿੱਚ ਕੋਈ ਇਹੋ ਜਿਹਾ ਗੁਰਸਿੱਖ ਆਵੇ ਜੋ ਗੁਰਬਾਣੀ ਦੀ ਚਲਦੀ ਫਿਰਦੀ ਮਿਸਾਲ ਹੋਵੇ ਤੇ ਉਹ ਤੁਹਾਡੇ ਜੀਵਨ ਵਿੱਚ ਕਰਾਮਾਤਾਂ ਕਰਾ ਜਾਂਦਾ ਹੈ। ਮੇਰੇ ਜੀਵਨ ਵਿੱਚ ਵੀ ਇਦਾਂ ਹੋਇਆ ਹੈ। ਤੁਸੀਂ ਜਿਹੜੇ ਅਹੁਦੇ ਤੇ ਬੈਠੇ ਹੋ, 2 ਅਹੁਦੇ ਆ ਹੁਣ, ਮੈਂ ਕਹੂੰਗਾ ਵੀ ਦੋਨੇ ਆਪਸ ਦੇ ਵਿੱਚ ਮਿਲਦੇ ਜੁਲਦੇ ਆ, ਤਾਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਧਾਰਮਿਕ ਪੱਖ ਤੋਂ ਬੱਚਿਆਂ ਦਾ ਜਿਹੜਾ ਹੱਲ ਉਹ ਕਰ ਸਕਦੇ ਹੋ ਗੁਰਬਾਣੀ ਦੀ ਰੋਸ਼ਨੀ ਹੇਠ, ਕਿਵੇਂ ਦੇਖਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਮੇਂ ਦੀ ਬਹੁਤ ਵੱਡੀ ਲੋੜ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪੁਰਬ ਮਨਾਇਆ ਤੇ ਮੈਂ ਜਦੋਂ ਵੱਡੇ ਪੱਧਰ ਤੇ ਕਰੋੜਾਂ ਰੁਪਏ ਲਾ ਕੇ ਸਾਡੀ ਸ਼੍ਰੋਮਣੀ ਕਮੇਟੀ ਮਨਾ ਰਹੀ ਸੀ, ਮੈਂ ਸੁਲਤਾਨਪੁਰ ਜਦੋਂ ਮੱਥਾ ਟੇਕਣ ਗਈ ਤੇ ਭੱਜ ਕੇ ਲਿਟਰੇਚਰ ਹਾਊਸ 'ਚ ਗਈ ਕਿ ਬੱਚਿਆਂ ਲਈ ਲਿਟਰੇਚਰ ਲੈ ਕੇ ਆਵਾਂ ਕੋਈ, ਤੇ ਮੈਨੂੰ ਬੜਾ ਹੀ ਦੁੱਖ ਲੱਗਿਆ ਕਿ ਇੱਕ ਪੈਨਫਲੇਟ ਵੀ ਬੱਚਿਆਂ ਦੇ ਨਾਂ ਤੇ ਨਵਾਂ ਨਹੀਂ ਛਪਿਆ ਸੀ। ਮੈਂ ਚੰਡੀਗੜ੍ਹ ਦੇ ਵਿੱਚ ਇਹ ਪਹਿਲੀ ਵਾਰ ਹੋਇਆ। ਇੱਥੇ ਮਤਲਬ ਤੁਸੀਂ ਸਿੱਖ ਹੁੰਦਿਆਂ ਕੋਈ ਇਹੋ ਜਿਹੀ ਸਰਕਾਰੀ ਪੱਧਰ ਤੇ ਐਕਟੀਵਿਟੀ ਨਹੀਂ ਕਰ ਸਕਦੇ, ਪਰ ਮੈਂ ਆਪਣੇ ਬਜਟ ਦੇ ਵਿੱਚੋਂ 10 ਲੱਖ ਰੁਪਈਆ ਲਾ ਕੇ ਅਸੀਂ 1 ਮਹੀਨਾ ਬਾਬੇ ਨਾਨਕ ਦੀਆਂ ਬਾਤਾਂ ਪਾਈਆਂ, ਬਾਬੇ ਨਾਨਕ ਦੇ ਦੀਵਾਰਾਂ ਬਣਾਈਆਂ, ਬਾਬੇ ਨਾਨਕ ਦੇ ਨਾਂ ਤੇ ਡਾਇਲੌਗ ਕੀਤਾ, ਗੁਰਬਾਣੀ ਕੰਠ ਕੀਤੇ, ਕੀਰਤਨ ਕੀਤੇ, ਇੱਥੋਂ ਤੱਕ ਕਿ ਅਸੀਂ ਬਾਬੇ ਨਾਨਕ ਦੇ ਨਾਂ ਦਾ ਮੇਲਾ ਵੀ ਲਾਇਆ 17 ਦੇ ਵਿੱਚ ਪਰੇਡ ਗਰਾਊਂਡ ਦੇ ਵਿੱਚ, ਔਰ ਜਿੱਥੇ ਆਰਟ ਐਗਜ਼ੀਬਿਸ਼ਨਸ ਵੀ ਲੱਗੀਆਂ। ਤੇ ਅਸੀਂ ਫਿਰ ਇੱਕ ਆਪਣੀ ਛੋਟੀ ਜਿਹੀ ਕਿਤਾਬ ਬਾਬੇ ਦੀਆਂ ਬਾਤਾਂ ਤਿਆਰ ਕੀਤੀ, ਜਿਹੜੀਆਂ ਕਿ ਗੁਰੂ ਨਾਨਕ ਸਾਹਿਬ ਦੀਆਂ ਦਿੱਤੀਆਂ ਉਹ ਰਵਾਇਤਾਂ ਤੇ ਅਸੀਂ ਗੁਰਬਾਣੀ ਆਧਾਰਿਤ ਬਾਈਲਿੰਗੁਅਲ ਹੈ ਉਹ, ਜਿਹਦੇ ਨਾਲ ਕਿ ਵੈਲਿਊ ਕਲਚਰ ਬੱਚਿਆਂ 'ਚ ਕਿਵੇਂ ਇਵੋਲਵ ਹੋਵੇ। ਅਸੀਂ ਚੰਡੀਗੜ੍ਹ ਦੇ ਸਾਰੇ ਸਕੂਲਾਂ 'ਚ ਫਿਰ ਉਹ ਆਪ ਵੰਡਿਆ। ਉਹ ਸਾਡੇ ਦੁੱਖ 'ਚੋਂ ਨਿਕਲਿਆ ਇੱਕ ਛੋਟਾ ਜਿਹਾ ਅਟੈਂਪਟ ਸੀਗਾ ਕਿ, ਔਰ ਮੈਨੂੰ ਲੱਗਦਾ ਹੈ ਕਿ ਸਾਡੀ ਗੱਲ ਅੱਜ ਜੇ ਬਣ ਸਕਦੀ ਹੈ ਤਾਂ ਕੇਵਲ ਤੇ ਕੇਵਲ ਬੱਚਿਆਂ ਰਾਹੀਂ ਹੀ ਬਣ ਸਕਦੀ ਹੈ। ਵੱਡੇ ਹੋ ਕੇ ਅਸੀਂ ਇੰਨੇ ਜ਼ਿਆਦਾ ਪਾਇਲੂਟ ਹੋ ਚੁੱਕੇ ਹਾਂ ਕਿ ਸਾਨੂੰ ਠੀਕ ਕਰਨਾ ਔਖਾ ਹੈ, ਪਰ ਜੇ ਬਾਲ ਉਮਰੇ ਅਸੀਂ ਬੱਚਿਆਂ ਨੂੰ ਗੁਰਬਾਣੀ ਤੇ ਗੁਰਮਤਿ ਦੀਆਂ ਕਦਰਾਂ ਨਾਲ ਜੋੜ ਦਈਏ ਤੇ ਸ਼ਾਇਦ ਉਹਦਾ ਭਵਿੱਖ ਬਚ ਜਾਏਗਾ। ਤੁਸੀਂ ਬੱਚਿਆਂ ਵਾਲਾ ਵਿਭਾਗ ਵੀ ਦੇਖ ਰਹੇ ਹੋ, ਤਾਂ ਬੱਚਿਆਂ ਨੂੰ ਕਿਹੜੀਆਂ ਸਮੱਸਿਆਵਾਂ, ਚੁਣੌਤੀਆਂ ਤੁਹਾਨੂੰ ਲੱਗ ਰਹੀਆਂ ਵੀ ਟਿਪਸ ਤੇ ਹੋਣਗੀਆਂ ਵੀ ਆਹ ਵੱਡੀਆਂ ਪ੍ਰੋਬਲਮਾਂ ਸਾਹਮਣੇ ਆ ਰਹੀਆਂ, ਉਹਦੇ ਕਾਰਨ ਕੀ ਨੇ? ਹਾਂ, ਅੱਜ ਦੇ ਦਿਨ ਤਾਂ ਕਿਉਂਕਿ ਅੱਜ ਸੰਸਾਰ ਗਲੋਬਲ ਵਿਲੇਜ ਹੈ ਤੇ ਅਟਰੈਕਸ਼ਨ ਬੱਚਿਆਂ ਕੋਲ ਇੰਨੀ ਹੈ, ਡਿਵਾਈਸਿਸ ਜਿਹੜੀਆਂ ਹੈਗੀਆਂ ਨੇ, ਮੈਂਟਲ ਹੈਲਥ ਬੱਚਿਆਂ ਲਈ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ, ਕਿਉਂਕਿ ਹਰ ਕੋਈ ਕੰਪੀਟੀਸ਼ਨ 'ਚ ਦੌੜ ਰਿਹਾ ਹੈ। ਅਸੀਂ ਚੰਗੇ ਇਨਸਾਨ ਬਣਨ ਵੱਲ ਨਹੀਂ ਤੁਰ ਰਹੇ, ਅਸੀਂ ਰੋਬੋਟ ਬਣਨ ਵੱਲ ਤੁਰ ਰਹੇ ਹਾਂ। ਪੈਸਾ ਕਿਵੇਂ ਵੱਧ ਤੋਂ ਵੱਧ ਕਮਾਉਣਾ, ਸਾਡਾ ਪੜ੍ਹਨ ਦਾ ਵੀ ਕੇਵਲ ਇੱਕੋ ਹੀ ਮਕਸਦ ਰਹਿ ਗਿਆ, ਨੌਕਰੀ ਲੈਣਾ, ਹੈ ਨਾ। ਤੇ ਉਹ ਹੈ ਕਿ ਬੱਚਿਆਂ ਦੇ ਮਾਈਂਡ 'ਤੇ ਸਟ੍ਰੈਸ ਬੜਾ, ਫਿਰ ਚਾਰੋਂ ਪਾਸੇ ਪ੍ਰੈਸ਼ਰਸ ਨੇ ਜਿਹੜੇ ਹਰ ਤਰ੍ਹਾਂ ਦਾ ਜਿਹੜਾ ਸਮਾਜ ਦਾ ਪ੍ਰੈਸ਼ਰ ਹੈ ਉਹ, ਕਿਉਂਕਿ ਬੱਚੇ ਮੋਸਟ ਵਰਨੇਬਲ ਨੇ, ਹੈ ਨਾ, ਉਹਨਾਂ ਦੇ ਉੱਪਰ ਹੈ ਹਰ ਤਰ੍ਹਾਂ ਦਾ ਪ੍ਰੈਸ਼ਰ। ਔਰ ਉਹ ਪ੍ਰੈਸ਼ਰਸ ਨੂੰ ਲੈ ਕੇ ਅੱਜ ਤੁਸੀਂ ਦੇਖਦੇ ਹੋ ਬੱਚੇ ਖੁਦਕੁਸ਼ੀਆਂ ਵੀ ਕਰ ਰਹੇ ਹੈ। ਅੱਜ ਸਾਈਕੈਟਰਿਸਟ ਦੀ ਕਿੰਨੀ ਵੱਧ, ਸਾਈਕੋਲੋਜਿਸਟ ਦੀ ਕਿੰਨੀ ਵੱਧ ਲੋੜ ਹੋ ਗਈ ਹੈ। ਇਹ ਟਰਮਸ ਦਾ ਕਦੀ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਤੇ ਇੱਕ ਸਮਾਂ ਸੀਗਾ ਕਿ ਅਸੀਂ ਆਪਣੇ ਨਾਨੇ ਦਾਦਿਆਂ ਦੇ ਕਿੰਨੇ ਪਿਆਰੇ ਹੁੰਦੇ ਸੀ, ਸਾਡੀਆਂ ਪਹਿਲੀਆਂ ਸਿੱਖਿਆਵਾਂ ਬਾਤਾਂ ਤੋਂ ਹੀ ਹੋਈਆਂ, ਹੈ ਨਾ, ਕਿ ਰਾਤ ਨੂੰ ਮੰਜਿਆਂ ਤੇ ਇਕੱਠੇ ਪੈਣਾ। ਹੁਣ ਇਹ ਹੋ ਗਿਆ ਕਿ ਘਰ ਦੇ ਇੱਕ ਕਮਰੇ 'ਚ ਇੱਕ ਕੰਪਿਊਟਰ ਹੈ ਤੇ ਇੱਕ ਬੱਚਾ ਹੈ, ਉਹ ਸਾਰੇ ਸੰਸਾਰ ਨਾਲ ਤੇ ਜੁੜਿਆ ਪਰ ਘਰ ਦੇ ਹਰ ਬੰਦੇ ਤੋਂ ਟੁੱਟਿਆ ਹੋਇਆ ਹੈ ਨਾ। ਇਹੋ ਜਿਹੇ ਇਲੂਜ਼ਨ 'ਚ ਅੱਜ ਬੱਚਾ ਜੀ ਰਿਹਾ ਹੈ, ਔਰ ਬੱਚਾ ਆਪਣੀਆਂ ਬੇਸਿਕ ਜਿਹੜੀਆਂ ਸੈਂਸਿਸ ਆ ਉਹਨਾਂ ਨੂੰ ਵੀ ਗਵਾ ਰਿਹਾ ਹੈ। ਅੱਜ ਤਾਂ ਬੱਚੇ ਨੂੰ ਖਾਣ ਦੇ ਟੇਸਟ ਦਾ ਨਹੀਂ ਪਤਾ, ਕਿਉਂਕਿ ਜਦ ਤੱਕ ਤੁਸੀਂ ਉਹਦੇ ਸਾਹਮਣੇ ਟੀਵੀ ਨਹੀਂ ਲਾਉਣਾ ਉਹਨੇ ਖਾਣਾ ਨਹੀਂ, ਤੇ ਜਦੋਂ ਤੁਸੀਂ ਉਹਦੇ ਮਨਪਸੰਦ ਕਾਰਟੂਨ ਲਾਉਣਾ ਉਹਨੂੰ ਜੋ ਮਰਜ਼ੀ ਖਵਾ ਦਿਓ ਉਹਨੂੰ ਪਤਾ ਹੀ ਨਹੀਂ ਲੱਗਣਾ। ਇੱਕ ਸਮਾਂ ਸੀ ਕਿ ਬੱਚੇ ਨੂੰ ਮਾਂ ਚੁੱਕਦੀ ਸੀ ਤੇ ਬੱਚਾ ਟੱਚ ਤੋਂ ਹੀ ਚੁੱਪ ਕਰ ਜਾਂਦਾ ਸੀ। ਅੱਜ ਬੱਚਾ ਨਹੀਂ ਚੁੱਪ ਕਰਦਾ ਜਦ ਤੱਕ ਤੁਸੀਂ ਹੱਥ 'ਚ ਮੋਬਾਈਲ ਨਹੀਂ ਫੜਾਉਂਦੇ। ਹੁਣ ਇਹ ਜਿਹੜੀਆਂ, ਇਹ ਦੇਖੋ, ਇਹ ਅਸੀਂ ਸੋਚ ਵੀ ਨਹੀਂ ਰਹੇ ਕਿ ਇਹ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ ਔਰ ਇਹਦਾ ਭਵਿੱਖ ਕਿੰਨਾ ਖਤਰਨਾਕ ਹੋਏਗਾ। ਔਰ ਅੱਜ ਸਾਡੇ ਸਾਹਮਣੇ ਆ ਰਿਹਾ ਕਿ ਅਸੀਂ ਦੇਖਦੇ ਹਾਂ ਕਿ ਇਹਨਾਂ ਡਿਵਾਈਸਿਸ ਨੂੰ ਵਰਤ ਕੇ ਛੋਟੇ ਛੋਟੇ ਸਾਲ 2-2 ਸਾਲ ਦੇ ਬੱਚੇ ਆਪਣੀਆਂ ਸੈਂਸਿਸ ਖੋ ਚੁੱਕੇ ਨੇ। ਤੇ ਜਦੋਂ ਸਾਡੀਆਂ ਬੇਸਿਕ ਸੈਂਸਿਸ ਹੀ ਸਾਡੇ ਕੋਲ ਨਾ ਹੋਈਆਂ ਫਿਰ ਅਸੀਂ ਆਪਣਾ ਕੀ ਵਿਕਾਸ ਕਰ ਸਕਾਂਗੇ? ਮਤਲਬ ਇਹ ਤਾਂ ਹੈ ਇੱਕ ਆਮ ਬੱਚੇ ਦੀ ਗੱਲ। ਫਿਰ ਉਹ ਵੀ ਬੱਚੇ ਬਹੁਤ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਰੱਬ ਨੇ ਸਭ ਕੁਝ ਨਹੀਂ ਦਿੱਤਾ ਹੋਇਆ, ਉਹਨਾਂ ਬੱਚਿਆਂ ਦਾ ਵੀ ਵੈਲਫੇਅਰ ਬਹੁਤ ਵੱਡਾ ਇਸ਼ੂ ਹੈ ਅੱਜ। ਫਿਰ ਸਾਡੀ ਮਾਲ ਨਿਊਟ੍ਰੀਸ਼ਨ ਵੀ, ਅੱਜ ਇੰਨੇ ਪੈਸਟੀਸਾਈਡ ਨੇ। ਜੇ ਅੱਜ ਆਪਾਂ ਵੇਖਦੇ ਹਾਂ ਕਿ ਮਾਲਵਾ ਅੱਧਾ ਤੋਂ ਵੱਧ ਕੈਂਸਰ ਦਾ ਸ਼ਿਕਾਰ ਹੈ, ਤੇ ਆਪਾਂ ਕੀ ਸੋਚਦੇ ਹਾਂ ਕਿ ਇਸ ਖਾਣੇ ਦਾ ਬੱਚਿਆਂ 'ਤੇ ਅਸਰ ਨਹੀਂ ਹੈਗਾ, ਹੈ ਨਾ। ਉਹ ਜਿਹੜਾ ਅਸੀਂ ਬ੍ਰਾਂਡਸ ਨੂੰ ਦੇਖਦੇ ਹਾਂ, ਪੀਜ਼ਾ ਨੂੰ ਦੇਖਦੇ ਹਾਂ, ਉਹ ਸਾਡੀ ਜਿਹੜੀ ਮਾਂ ਦੀ ਖਿਚੜੀ, ਮਾਂ ਦਾ ਦਲੀਆ ਹੁੰਦਾ ਸੀਗਾ, ਦਾਣੇ ਭੁੰਨਣੇ ਹੁੰਦੇ ਸੀਗੇ, ਹਾਂ, ਉਹ ਸਾਰਾ ਕੁਝ ਜੋ ਸਾਡਾ ਨਰੋਲ ਸੀਗਾ ਉਹ ਜਿਹੜਾ ਅਡਲਟਰੇਟਡ ਹੋਣ ਕਰਕੇ ਇਹ ਸਾਰਾ ਕੁਝ ਮਤਲਬ ਭਵਿੱਖ ਦੇ ਬੱਚਿਆਂ ਦੀਆਂ ਸਿਹਤ, ਮਾਨਸਿਕ ਅਵਸਥਾ, ਉਹਨਾਂ ਦਾ ਇੰਟੈਲੈਕਟ ਬਹੁਤ ਵੱਡੇ ਚੈਲੰਜ
ਸਾਹਮਣੇ ਲੈ ਕੇ ਆ ਰਿਹਾ ਹੈ। ਔਰ ਇਹ ਅੱਜ ਬੱਚਿਆਂ ਨੂੰ ਸੰਭਾਲਣ ਲਈ ਸਾਨੂੰ ਮਾਪਿਆਂ ਨੂੰ ਟ੍ਰੇਨ ਕਰਨਾ ਪਏਗਾ, ਮਾਪਿਆਂ ਨੂੰ ਜਾਗਰੂਕ ਕਰਨਾ ਪਏਗਾ ਕਿ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਮਾਪਿਆਂ ਦੀ ਤਿਆਰੀ ਕਿਵੇਂ ਕੀਤੀ ਜਾਵੇ। ਜੀ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਅਹਿਮ ਵਿਸ਼ਿਆਂ ਤੇ ਆਪਾਂ ਅੱਜ ਗੱਲਬਾਤ ਕੀਤੀ ਹੈ। ਸੋ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਸੋ ਇਹ ਸੀਗੇ ਹਰਜਿੰਦਰ ਕੌਰ, ਜਿਹੜੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਤੇ ਇਹ ਚੰਡੀਗੜ੍ਹ ਦੇ ਵਿੱਚ ਵੀ ਇੱਕ ਵੱਡਾ ਅਹੁਦਾ ਲਈ ਬੈਠੇ ਆ, ਜਿਹੜੇ ਬਾਖੂਬੀ ਜਿਸ ਤਰੀਕੇ ਨਾਲ ਇਹਨਾਂ ਨੇ ਦੋਵੇਂ ਅਹੁਦਿਆਂ ਦੇ ਸੁਮੇਲ ਦੇ ਨਾਲ ਔਰਤਾਂ ਤੇ ਬੱਚਿਆਂ ਦੇ ਭਲਾਈ ਲਈ ਕਾਫੀ ਕੰਮ ਕੀਤਾ, ਯਤਨ ਕੀਤਾ। ਤੇ ਆਪਾਂ ਅੱਜ ਸੰਵਾਦ ਇਹਨਾਂ ਦੇ ਨਾਲ ਰਚਾਇਆ ਕਿ ਔਰਤ ਦੀ ਸਥਿਤੀ ਕੀ ਹੈ। ਗੁਰੂ ਸਾਹਿਬ ਨੇ ਔਰਤ ਦੀ ਸਥਿਤੀ ਦੇ ਬਾਰੇ ਬਹੁਤ ਵਿਸਤਾਰਪੂਰਵਕ ਗੁਰਬਾਣੀ ਦੇ ਮਾਧਿਅਮ ਰਾਹੀਂ ਦੱਸਿਆ, ਤੇ ਅੱਜ ਕੀ ਚੈਲੰਜ ਹੈਗੇ ਔਰਤ ਨੂੰ, ਤੇ ਬੱਚਿਆਂ ਬਾਰੇ ਵੀ ਗੱਲਬਾਤ ਆਪਾਂ ਇਹਨਾਂ ਨਾਲ ਕੀਤੀ ਹੈ ਕਿ ਬੱਚਿਆਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਹੈ। ਤੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਫਿਲਹਾਲ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਮੇਰੇ ਸਹਿਯੋਗੀ ਗੁਰਸਿਮਰਨ ਦੇ ਨਾਲ ਜਗਜੀਤ ਸਿੰਘ ਪੰਜੋਲੀ। ਧੰਨਵਾਦ।